रहमानिर्रहीम अस्सलामुअलैकुम फार्मिंग टिप्स विच खुश आमदीद। अज दी वीडियो पंजाबी भरावां वास्ते ते बड़ी कीमती वीडियो है, उन्हां नूं ते मिस करनी नहीं चाहिए। अगर उर्दू स्पीकर भी यह वीडियो वेखण दे ते उन्हां नूं भी नुकसान नहीं होएगा। चाचा जी ने इंतहाई कीमती बेमोल गल्लां फी सबीलिल्लाह दस छड़ियां ने, ना सिर्फ दसियां ने, यकीनन यह वीडियो वेखण तो बाद तुसीं इन्हां नूं मिलन दे और इन्हां नाल गल करन दा इश्तियाक जरूर रखो दे। उन्होंने कहा कि अगर कोई बंदा रात के किसी भी वक्त पूरे पाकिस्तान जो किसी भी वक्त इन्होंने याद करता है तो हाजिर ने, हर तरह लोगों की मदद करने वास्ते हमा वक्त तैयार ने। तो यहो जे बंदे शायद तुहानू यूट्यूब की दुनिया च अज तक ना मिले होण। अगर तुसी इस वीडियो तो भरपूर तरीके नाल फायदा उठाना चाहते हो तो शुरू तो लैके आखिर तक वेखियो। अगर तुसी किसान नहीं भी तो किसानां दे फायदा समझ जाए इनू शेयर कर दो, हो सकता है किसी किसान का फायदा हो जाए। अगर तुसी उर्दू स्पीकर हो फिर भी इस वीडियो वेखो तो मैं तुहानू दावे ना कहना तुहानू भी जरूर फायदा होएगा। तो चलो फिर इस वीडियो प्रॉपरली शुरू करने। लेकिन इस गल एक और रिक्वेस्ट करता जावां कि अगर साडी मेहनत तुहानू चंगी लगे तो वीडियो नू लाइक कर छड़ियो ताकि साडी हौसला अफजाई हो जाए। और अगर आइंदा भी इहो जिहियां वीडियो देखते रहना चाहते हो तो चैनल नू सबसक्राइब करके घंटी का निशान दबा दो ताकि हर नई बनने वाली वीडियो की इतलाह तुहाडे तक जल्दी तो जल्दी पहुंच सके। तो चलो आज शुरू करिए। अस्सलाम वालेकुम। वालेकुम सलाम जी। चाचा जी की हाल चाल है? अल्लाह पाक दा ज़्यादा शुक्र है। चाचा नाज़रीन अपना तारफ करवा दिया जे। तारफ जनाब अल्लाह मोहम्मद मकबूल मेरा नाम है। ठीक है। डानपुर खरोलियां मेरा पिंड। ठीक है। तहसील संभड़िया जिला सियालकोट। माशाअल्लाह जिंदाबाद। चाचा तुहाडे बारे च मशहूर है कि डेयरी फार्मरां दे उस्ताद ने, काम नूं बड़ा समझदे ने। असीं खास तौर ते चल के तुहाडे कोल इस वास्ते आए हां कि पूरे पाकिस्तान च ਇਹ ਵੀਡੀਓ ਵੇਖਣ ਵਾਲੇ ਨਾਜ਼ਰੀਨ ਨੂੰ ਤੁਹਾਡੀ ਉਸਤਾਦੀ ਦਾ ਫਾਇਦਾ ਮਿਲ ਸਕੇ। ਬਿਲਕੁਲ। ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਮੱਝਾਂ ਗਾਵਾਂ ਦੇ ਮੇਨ ਮਸਾਇਲ ਦੇ ਬਾਰੇ ਚ ਦੱਸੋ। ਖਾਸ ਕਰ ਅਸੀਂ ਪ੍ਰੈਗਨੈਂਟ ਮੱਝਾਂ ਔਰ ਗਾਈਆਂ ਦੇ ਹਵਾਲੇ ਨਾਲ ਗੱਲ ਕਰਾਂਗੇ। ਹਾਂਜੀ। ਪਹਿਲੇ ਨੰਬਰ ਤੇ ਸਾਨੂੰ ਇਹ ਦੱਸੋ ਕਿ ਜਿਹੜੀ ਮੱਝ ਜਾਂ ਗਾਏ ਸੂਣ ਵਾਲੀ ਹੁੰਦੀ ਹੈ, ਹਾਂਜੀ, ਤੇ ਉਹਨੂੰ ਸੂਏ ਤੋਂ ਪਹਿਲੇ ਕੀ ਕੁਝ ਦੇਣਾ ਚਾਹੀਦਾ ਕਿ ਉਹ ਸੂਆ ਚੰਗਾ ਦਵੇ। ਹਾਂਜੀ। ਗਾਈ ਜਿਹੜੀ ਹੈ ਕਿ ਮੱਝ ਦੇ ਬਾਰੇ ਲਦਾ ਕੰਮ ਜੀ। ਮੱਝ ਜਿਹੜੀ ਕੋਈ ਵੀ ਬੰਦਾ ਜਾਨਵਰ ਹੈ ਉਹਦੀ ਸੇਵਾ ਕੀਤੀ ਜਾਏਗੀ ਉਹ ਟਾਈਮ ਤੇ ਜਾ ਕੇ ਆਪਣਾ ਕੰਮ ਵਿਖਾਏਗਾ। ਠੀਕ ਹੈ। ਜੇ ਵਕਤੀ ਤੌਰ ਉਹਨੂੰ ਉਹਦੀ ਸੇਵਾ ਕਰੋਗੇ ਉਹ ਜਨਾਬ ਵੱਲੋਂ ਉਹਦੇ ਵਾਸਤੇ ਨੁਕਸਾਨਦੇਹ ਹੋਏਗੀ। ਠੀਕ ਹੈ। ਪਹਿਲੇ ਨੰਬਰ ਤੇ ਜਦੋਂ ਮੱਝ 7 ਮਹੀਨੇ ਦੀ ਗੱਭਣ ਹੋਈ ਉਹਨੂੰ ਦੁੱਧ ਤੋਂ ਛੱਡ ਦੇਣਾ ਚਾਹੀਦਾ। ਠੀਕ ਹੈ। ਉਹਦੀ ਖੁਰਾਕ ਅੱਛੀ ਕਰ ਦੇਣੀ ਚਾਹੀਦੀ। ਠੀਕ ਹੈ। ਇਸ ਵਾਸਤੇ ਜਦੋਂ ਬੱਚਾ ਵੱਡਾ ਹੋ ਜਾਂਦਾ ਉਹ ਖੂਨ ਜ਼ਿਆਦਾ ਪੀਂਦਾ। ਠੀਕ ਹੈ। ਮੱਝ ਨੂੰ ਕਮਜ਼ੋਰ ਕਰ ਦਿੰਦਾ। ਉਹਦੇ ਪਿੱਛੇ ਡਬਲ ਖੁਰਾਕ ਹੋਏਗੀ ਜਨਾਬ ਵੱਲੋਂ ਫਿਰ ਮੱਝ ਦੀ ਸਿਹਤ ਵੀ ਬਿਹਤਰ ਰਹੇਗੀ। ਉਹ ਸੂਬੇਗੀ ਦੁੱਧ ਜ਼ਿਆਦਾ ਦੇਗੀ। ਸਹੀ ਹੋ ਗਿਆ। ਉਹਦੇ ਖਾਣ ਵਾਸਤੇ ਵੀ ਪਹਿਲਾਂ ਅੱਛਾ ਵੰਡਾ ਹੋਣਾ ਚਾਹੀਦਾ ਜਿਹੜਾ ਲੋਕੀ ਪਾ ਰਹੇ ਨੇ ਅੱਜ ਕੱਲ ਚੇਂਗਣੀਆਂ ਵਾਲਾ ਤੁਰਲਾ ਪਰਲਾ, ਇਹਦਾ ਰਿਜ਼ਲਟ ਜਿਹੜਾ ਐਂਡ ਜਿਹੜਾ ਉਹ ਬਿਹਤਰ ਨਹੀਂ ਹੈ। ਠੀਕ ਹੈ। ਉਹਦੇ ਪਾਸੇ ਕਣਕ ਦਲਾ ਲਵੋ। ਠੀਕ ਹੈ। ਵੜੇਵੇਂ ਪਾ ਲਵੋ। ਠੀਕ ਹੈ। ਝੋਖਰ ਪਾ ਲਵੋ ਉਹ ਬਿਹਤਰ ਹੈ। ਜਿਹੜਾ ਵੰਡਾ ਬਣਿਆ ਲੈਂਦੇ ਉਹਦੇ ਨੂੰ ਇਹ ਬਿਹਤਰ ਯਾਨੀ ਖਾਲਸ ਅਜਜ਼ਾ। ਹਾਂਜੀ ਖਾਲਸ ਅਜਜ਼ਾ ਹੋਣੀ ਚਾਹੀਦੀ ਹੈ। ਥੋੜੀ ਪਾ ਲਵੋ। ਠੀਕ ਹੈ। ਉਹ ਬਿਹਤਰ ਹੈ। ਸਹੀ ਹੈ। ਹਾਂਜੀ। ਉਸ ਤੋਂ ਬਾਅਦ ਮੱਝ ਉਹਦੇ ਦੁੱਧ ਲਾਣਾ ਸ਼ੁਰੂ ਕਰ ਦੇਵੇ। ਅੱਛਾ। ਉਹਨੂੰ ਅੱਧਾ ਕਿਲੋ ਦੁੱਧ। ਅੱਛਾ। ਇੱਕ ਛਟਾਕੀ ਦੇਸੀ ਘਿਓ ਹੋਣਾ ਚਾਹੀਦਾ। ਠੀਕ ਹੈ। ਅੱਧੀ ਛਟਾਕੀ ਸਫੇਦ ਜੀਰਾ ਤੇ ਅੱਧੀ ਛਟਾਕੀ ਚੀਨੀ ਡੇਲੀ ਉਹਨੂੰ ਦੇਣੀ ਸ਼ੁਰੂ ਕਰ ਦਿਓ। ਸੂਣ ਤੋਂ 3 ਦਿਨ ਤੁਹਾਡੇ ਅੰਦਾਜ਼ਾ ਲੱਗ ਜਾਵੇ 3 ਦਿਨ ਰਹਿੰਦੇ ਨੇ ਸੂਣ ਨੂੰ। ਅੱਛਾ। ਉਹਨੂੰ ਬੰਦ ਕਰ ਦਿਓ। ਠੀਕ ਹੈ। ਉਸ ਤੋਂ ਬਾਅਦ ਮੱਝ ਸੂਵੇ। ਅੱਛਾ। ਉਹਨੂੰ ਕੋਈ ਸ਼ੈ ਨਹੀਂ ਪਾਣੀ। ਅੱਛਾ। ਮੱਝ ਬੱਚਾ ਚੱਟ ਲਵੇ। ਅੱਛਾ। ਉਸ ਤੋਂ ਬਾਅਦ ਹੋ ਗਏ ਜਨਾਬ ਇਹਦਾ ਪੱਠੇ ਤੁਹਾਡੇ ਕੋਲ ਹੈ ਨੇ ਠੀਕ ਨਹੀਂ ਆ ਤੇ ਤੂੜੀ ਕੋ 2-3 ਕਿਲੋ ਲੈ ਲਵੋ। ਅੱਛਾ। 2-2.5 ਕਿਲੋ ਚੋਖਰ ਭਿਉਂ ਕੇ ਉੱਤੇ ਸੁੱਟ ਦਿਓ। ਅੱਛਾ। ਉਹ ਖਾਵੇ। ਗੁੜ ਨਹੀਂ ਦੇਣਾ, ਖਲ ਨਹੀਂ ਪਾਣੀ, ਕੋਈ ਸ਼ੈ ਨਹੀਂ ਉਹਨੂੰ ਦੇਣੀ। ਠੀਕ ਹੈ। ਉਹ ਜਨਾਬ ਇਹਦਾ ਉਸ ਤੋਂ ਬਾਅਦ ਉਹਨੂੰ ਪਾਣੀ ਜਿਹੜੇ ਸਰਦੀਆਂ ਦਾ ਮੌਸਮ ਹੈ ਤੀ ਨੀਮ ਗਰਮ ਡਾਣਾ। ਅੱਛਾ। ਗਰਮੀਆਂ ਮਹੀਨੇ ਤੇ ਫਿਰ ਵੀ ਠੰਡਾ ਪਾਣੀ ਨਹੀਂ ਉਹਨੂੰ ਪਿਉਣਾ, ਪਾਣੀ ਪੀਵੇਗੀ ਜਨਾਬ ਇਹਦਾ ਬੈਗ ਜਗਾਲੀ ਕਰੇਗੀ ਤੇ ਬਿਹਤਰੀਨ ਜਨਾਬ ਇਹਦਾ ਆਪਣੀ ਐਵਰੇਜ ਦੇ ਨਾਲ ਜ਼ੋਰ ਸੁੱਟ ਦੇਗੀ। ਜਿੰਦਾਬਾਦ। ਉਹਨੂੰ ਗੁੜ ਚਾਰੋਗੇ। ਅੱਛਾ। ਉਹਦਾ ਬੀਪੀ ਜਿਹੜਾ ਨਾ ਉਸ ਜਦੋਂ ਮੱਝ ਸੁੰਦੀ ਏ ਉਹਦਾ ਹਾਈ ਹੁੰਦਾ। ਅੱਛਾ। ਉਦੋਂ ਉੱਤੋਂ ਅਸੀਂ ਦੇ ਦਿੰਦੇ ਮੱਝ ਨੂੰ ਗੁੜ। ਠੀਕ ਹੈ। ਮੱਝ ਦਾ ਬੀਪੀ ਮਿੱਠਾ ਤੁਸੀਂ ਵੀ ਸਮਝਦਾਰ ਹੋ, ਪੜ੍ਹੇ ਲਿਖੇ ਹੋ, ਜਦੋਂ ਮਿੱਠਾ ਦਈਏ ਤੇ ਬੀਪੀ ਲੋ ਹੋ ਜਾਂਦਾ ਵੇ। ਠੀਕ ਹੈ। ਉਹਦੀ ਵਜ੍ਹਾ ਤੋਂ ਮੱਝ ਜ਼ੋਰ ਵੀ ਨਹੀਂ ਸੁੱਟਦੀ। ਠੀਕ ਹੈ। ਜੇ ਸੁੱਟੇਗੀ ਵੀ ਤੇ ਲੇਟ ਸੁੱਟੇਗੀ। ਠੀਕ ਹੈ। ਖੂਨ ਵਾਣ ਡੈ ਪਵੇਗੀ, ਪੱਠੇ ਘੱਟ ਕਰ ਦੇਗੀ 2-3 ਦਿਨ ਕਿਉਂਕਿ ਉਹਦਾ ਬੀਪੀ ਲੋ ਹੋ ਜਾਣਾ। ਠੀਕ ਹੈ। ਪੱਠੇ ਘੱਟ ਕਰੇਗੀ ਉਹ ਦੁੱਧ ਆਪਣੀ ਮਿਕਦਾਰ ਤੇ ਪੂਰਾ ਨਹੀਂ ਪਹੁੰਚਾਏਗੀ। ਸਹੀ ਹੈ। ਜਿਹੜੀਆਂ ਤੁਹਾਨੂੰ ਦੱਸੀ ਇਸ ਤਰੀਕੇ ਨਾਲ ਦੋਗੇ ਤੇ 6 ਦਿਨ ਤੋਂ ਪਹਿਲਾਂ ਮੱਝ ਨੂੰ ਵੰਡਾ ਨਹੀਂ ਪਾਉਣਾ। ਸਹੀ ਹੈ। 6 ਦਿਨ ਤੋਂ ਬਾਅਦ ਮੱਝ ਨੂੰ ਨਾਰਮਲ ਵੰਡਾ ਸ਼ੁਰੂ ਕਰ ਦਿਓ। ਇਨਸ਼ਾਅੱਲਾ ਅਟਾਂ ਸੁੱਟਣ ਤੱਕ ਐਵਰੇਜ ਤੋਂ ਵੱਧ ਜਾਏਗੀ। ਅਟਾਂ ਸੁੱਟੇਗੀ ਤੇ ਮਜ਼ੀਦ ਹੋਰ ਬਿਹਤਰ ਹੋਏਗੀ। ਜ਼ਬਰਦਸਤ। ਹਾਂਜੀ।
ਤੇ ਜੇ ਕੋਈ ਮੱਝ ਅੱਟਾਂ ਸੁੱਟਣ ਚ ਪ੍ਰੋਬਲਮ ਕਰੇ ਇਹ ਸਾਰਾ ਮੈਕੈਨਿਜ਼ਮ ਫਾਲੋ ਕਰਕੇ ਹਾਂਜੀ ਜਿਹੜਾ ਤੁਹਾਨੂੰ ਦੱਸਿਆ ਇਸ ਤਰ੍ਹਾਂ ਕਰੋਗੇ ਮੱਝ ਨੂੰ ਪ੍ਰੋਬਲਮ ਅੱਟਾਂ ਸੁੱਟਣ ਦੀ ਆਏਗੀ ਨਹੀਂ, ਜੇ ਆਏਗੀ ਵੀ ਠੀਕ ਹੈ ਤੇ ਜਿੱਦਣ ਮੱਝ ਨੂੰ 11 ਦਿਨ ਹੋ ਜਾਣ ਸੂਈ ਨੂੰ ਅੱਛਾ ਸਭ ਤੋਂ ਪਹਿਲਾ ਸਟੈਪ ਇੱਕ ਪਾ ਗੋੜ ਹੋਣਾ ਚਾਹੀਦਾ ਠੀਕ ਹੈ, ਇੱਕ ਚਟਾਕੀ ਲੂਣ ਠੀਕ ਹੈ, ਇੱਕ ਚਟਾਕੀ ਜਵੈਣ 2 ਟਿੱਕੀਆਂ ਨਿਸ਼ਾਦਰ ਦੀਆਂ 3 ਖੁਰਾਕਾਂ ਦੇਣੀਆਂ ਮੱਝ ਨਵਾਣੀ ਨਹੀਂ ਮੱਝ ਅੱਟਾਂ ਸੁੱਟ ਦੇਗੀ ਜ਼ਿੰਦਾਬਾਦ ਹਾਂਜੀ ਤੇ ਉਹਦਾ ਵੀ ਮਸਲਾ ਹੱਲ ਹੋ ਜਾਏਗਾ ਹਾਂਜੀ ਬਿਲਕੁਲ ਖੁਦਾਨ ਫਿਰ ਮੱਝ ਸੂ ਪਈ ਹੈ ਤੇ ਮੱਝ ਨੂੰ ਫੌਰੀ ਤੌਰ ਤੇ ਆਮ ਲੋਕੀ ਨਵਾ ਦਿੰਦੇ ਨੇ ਅੱਛਾ ਉਸ ਮੱਝ ਨੂੰ ਨਵਾਉਣਾ ਉਹਦੇ ਵਾਸਤੇ ਨੁਕਸਾਨਦੇਹ ਠੀਕ ਹੈ ਉਹਨੂੰ 3 ਦਿਨ ਮੱਝ ਨੂੰ ਨਹੀਂ ਨਵਾਉਣਾ ਕਿਉਂਕਿ ਜਦੋਂ ਮੱਝ ਸੂੰਦੀ ਉਹਦਾ ਬਹੁਤ ਜ਼ਿਆਦਾ ਜਿਹੜਾ ਨਾ ਜਿਸਮ ਕੱਚਾ ਤੇ ਜਿਹਦੇ ਪੰਜਾਬੀ ਚ ਅਸੀਂ ਆਨੇ ਆ ਕੱਚਾ ਹਾਂ ਉਹਦਾ ਵਜੂਦ ਜਿਹੜਾ ਨਾਰਮਲ ਹਾਲਤ ਦੇ ਵਿੱਚ ਹੋ ਜਾਂਦਾ ਅਸੀਂ ਯਕਦਮ ਜਦੋਂ ਉਹਨੂੰ ਮੱਝ ਨੂੰ ਨਵਾਉਂਦੇ ਆ ਨਾ ਉਹਨੂੰ ਜਨਾਬ ਲੈ ਸਰਦੀ ਲੱਗਦੀ ਹੈ ਅੰਦਰ ਉਹਦੇ ਹੀਟ ਹੋ ਜਾਂਦੀ ਹੈ ਜਿਹਦੀ ਵਜ੍ਹਾ ਤੋਂ ਮੱਝ ਨੂੰ ਪ੍ਰੋਬਲਮ ਬਣਦੀ ਹੈ ਮੱਝ ਨੂੰ 3 ਤੋਂ 4 ਦਿਨ ਮੱਝ ਸੂਬੇ ਤੇ ਨਵਾਉਣਾ ਨਹੀਂ ਚਾਹੀਦਾ ਠੀਕ ਹੈ ਹਾਂਜੀ ਠੀਕ ਹੈ ਉਸ ਤੋਂ ਬਾਅਦ ਉਹਨੂੰ ਨਵਾਓਗੇ ਤੇ ਫਿਰ ਜੇ ਅਟੇ ਟਾਈਮ ਨਵਾਉਣੀ ਵੀ ਹੈ ਉਹਨੂੰ ਗਰਮ ਪਾਣੀ ਨਾਲ ਕਰ ਲਵੋ ਵਿੱਚ ਨਮਕ ਥੋੜਾ ਜਿਹਾ ਪਾ ਲਓ ਨਮਕ ਨੂੰ ਬਿਹਤਰ ਦੇਵੇ ਭਿਣਕੀ ਪਾਓ ਫੜਕੀ ਪਾਓ ਠੀਕ ਹੈ ਉਹ ਕਪੜਾ ਗਿੱਲਾ ਕਰਕੇ ਮੱਝ ਦੇ ਉੱਤੇ ਫੇਰ ਕੇ ਉਹਦਾ ਪਿੰਡਾ ਸੁਕਾ ਦਵੋ ਤੇ ਉਹਨੂੰ ਮਹਫੂਜ਼ ਜਗ੍ਹਾ ਤੇ ਬੰਨੋ ਜਿੱਥੇ ਉਹਨੂੰ ਹਵਾ ਨਾ ਲੱਗੇ ਜ਼ਿੰਦਾਬਾਦ ਹਾਂਜੀ ਠੀਕ ਹੈ ਬਿਹਤਰ ਚੱਚਾ ਖੁਦਾਨ ਹਾਸਤਾ ਅਗਰ ਕੋਈ ਮੱਝ ਪਿੱਛਾ ਕੱਢ ਦਿੰਦੀ ਹੈ ਹਾਂਜੀ ਸੌਣ ਤੋਂ ਪਹਿਲੇ ਜਾਂ ਸੌਣ ਤੋਂ ਬਾਅਦ ਹਾਂਜੀ ਉਹ ਕਿਹਨਾਂ ਵਜੂਹਾਂ ਦੀ ਵਜ੍ਹਾ ਤੋਂ ਕੱਢਦੀ ਤੇ ਉਹਦਾ ਕੀ ਇਲਾਜ ਹੁੰਦਾ ਹੈ ਪਹਿਲੇ ਨੰਬਰ ਤੇ ਮੱਝ ਸੂਣ ਵਾਲੀ ਜਿਹੜੀ ਹੈ ਨਾ ਲੋਕੀ ਕੋਈ ਵੀ ਬੰਦਾ ਹੈ ਨਾ ਉਹ ਜੇ ਪਿੱਛਾ ਕੱਢਦੀ ਤੇ ਉਹਨੂੰ ਫੌਰੀ ਤੌਰ ਤੇ ਚਵਰਕਾ ਦਿੰਦੇ ਨੇ ਅੱਛਾ ਚਵਰਕਾ ਦਿਓਗੇ ਤੇ ਉਹ 2 ਦਿਨ 3 ਦਿਨ ਰੁਕ ਜਾਏਗੀ ਉਸ ਤੋਂ ਬਾਅਦ ਫਿਰ ਕੱਢਣ ਡੈ ਪਏਗੀ ਤੇ ਜ਼ਿਆਦਾ ਕੱਢਣ ਡੈ ਪਏਗੀ ਅੱਛਾ ਪਿੱਛਾ ਮਾਰਨ ਦੀ ਸਭ ਤੋਂ ਪਹਿਲੀ ਮੇਨ ਵਜ੍ਹਾ ਹੁੰਦੀ ਹੈ ਕੋਈ ਗਰਮੀ ਤੋਂ ਮੱਝ ਪਿੱਛਾ ਨਹੀਂ ਮਾਰਦੀ ਠੀਕ ਹੈ 100 ਮੱਝ ਪਿੱਛਾ ਮਾਰੇਗੀ ਤੇ ਇੱਕ ਮੱਝ ਜਿਹੜੀ ਉਹ ਗਰਮੀ ਦੀ ਵਜ੍ਹਾ ਤੋਂ ਪਿੱਛਾ ਮਾਰੇਗੀ 99% ਮੱਝਾਂ ਜਿਹੜੀਆਂ ਆਬਾਦੀ ਤੋਂ ਪਿੱਛਾ ਮਾਰਦੀਆਂ ਨੇ ਠੀਕ ਹੈ ਪਿੱਛਾ ਮਾਰਨ ਦੀ ਵਜ੍ਹਾ ਰੇਮ ਨੂੰ ਸੋਜ ਪੈਂਦੀ ਹੈ ਠੀਕ ਹੈ ਉਹ ਤੇ ਪੇਤਨ ਮਾ ਦਾਣੇ ਬਣਦੇ ਨੇ ਮੱਝ ਨੂੰ ਖਾਰਿਸ਼ ਹੁੰਦੀ ਮੱਝ ਜਦੋਂ ਬਹਿੰਦੀ ਆਪਣਾ ਜਿਸਮ ਢਿੱਲਾ ਛੱਡਦੀ ਜਾਂਦੀ ਹੈ ਆਸਤਾ ਆਸਤਾ ਜਨਾਬ ਪਹਿਲਾਂ ਉਹ ਰੇਮ ਜਿਹੜਾ ਨਾ ਉਹਦਾ ਜਿਲ ਜਿਹੜੀ ਉਹ ਬਾਹਰ ਆ ਜਾਂਦੀ ਹੈ ਪਿੱਛਾ ਕੋ ਅੰਦਰ ਫੁੱਟਬਾਲ ਨਹੀਂ ਬਣਿਆ ਹੁੰਦਾ ਇੱਕ ਜਿਲਦ ਹੁੰਦੀ ਹੈ ਜਿਹੜੀ ਪਿਛਲੇ ਹਿੱਸੇ ਦੀ ਜਨਾਬ ਪਹਿਲਾਂ ਜਿਲਦ ਹੈ ਜਿਸ ਤਰ੍ਹਾਂ ਬਾਹਰ ਖਰੜੀ ਇਸੇ ਤਰ੍ਹਾਂ ਅੰਦਰ ਵੀ ਇੱਕ ਹਿੱਸਾ ਖਾਲੀ ਹੈ ਠੀਕ ਹੈ ਉਹ ਜਨਾਬ ਪਹਿਲਾਂ ਸੁੱਜ ਜਾਂਦਾ ਤੇ ਉਹ ਬਾਹਰ ਆ ਜਾਂਦਾ ਵੇ ਠੀਕ ਹੈ ਉਹ ਇਹ ਵਜ੍ਹਾ ਤੋਂ ਪਿੱਛਾ ਮਾਰਦੀ ਹੈ ਦੂਸਰੇ ਨੰਬਰ ਦੀ ਵਜ੍ਹਾ ਹੈ ਵੀ ਉਹਦੇ ਰੇਮ ਦੇ ਮੂੰਹ ਦੇ ਅੱਗੇ ਰੇਸ਼ਾ ਹੁੰਦਾ ਅੱਛਾ ਉਹਦੀ ਵਜ੍ਹਾ ਤੋਂ ਮੱਝ ਪਿੱਛਾ ਮਾਰਦੀ ਤੀਸਰੀ ਵਜ੍ਹਾ ਇਹ ਹੁੰਦੀ ਹੈ ਜਦੋਂ ਮੱਝ ਸੂਣ ਵਾਲੀ ਹੋਵੇ ਉਹਦਾ ਪਿਛਲੇ ਹਿੱਸੇ ਨੂੰ ਜ਼ਿਆਦਾ ਸੋਜ ਪੈ ਜਾਂਦੀ ਹੈ ਲੱਤਾਂ ਨੂੰ ਪੈ ਜਾਂਦੀ ਹੈ ਥਣਾਂ ਨੂੰ ਪੈ ਜਾਂਦੀ ਹੈ ਧੁੰਨੀ ਨੂੰ ਪੈ ਜਾਂਦੀ ਹੈ ਅਗਲੇ ਪੈਰਾਂ ਨੂੰ ਪੈ ਜਾਂਦੀ ਹੈ ਉਹਦੀ ਵਜ੍ਹਾ ਤੋਂ ਜਨਾਬ ਪਹਿਲਾਂ ਪਿੱਛਾ ਮਾਰਦੀ ਹੈ ਉਹਦਾ ਵਜ੍ਹਾ ਬਣਦੀ ਹੈ ਪਿਸ਼ਾਬ ਬੰਦ ਹੋਣ ਦੀ ਜਦੋਂ ਬਹਿੰਦੀ ਹੈ ਪਿਸ਼ਾਬ ਵਾਲੀ ਨਾਲੀ ਨੂੰ ਵੀ ਸੋਜ ਹੋ ਜਾਂਦੀ ਜਦੋਂ ਬਹਿੰਦੀ ਹੈ ਉਹਦਾ ਦਬਾਅ ਪਿਛਾ ਨੂੰ ਜਾਂਦਾ ਤੇ ਉਹਦਾ ਪਿਸ਼ਾਬ ਬੰਦ ਹੋ ਜਾਂਦਾ ਉਹ ਜਨਾਬ ਪਹਿਲਾਂ ਫਿਰ ਬਹਿੰਦੀ ਹੈ ਪਿਸ਼ਾਬ ਕਰਨ ਦੇ ਚੱਕਰ ਵਾਸਤੇ ਜ਼ੋਰ ਮਾਰਦੀ ਉਹਦਾ ਪਿੱਛਾ ਬਾਹਰ ਨਿਕਲ ਆਉਂਦਾ ਹਾਂਜੀ ਤੇ ਉਹਦੇ ਵਾਸਤੇ ਬਿਹਤਰ ਇਹ ਕਾਲੀ ਮਿਰਚ ਜੌਂਖਰ ਇਹ ਦਿਓਗੇ ਉਹਦਾ ਪਿਸ਼ਾਬ ਵੀ ਖੁੱਲ ਜਾਏਗਾ ਤੇ ਉਹਦੀ ਜਨਾਬ ਪਹਿਲਾਂ ਸੋਜ ਵੀ ਕਾਲੀ ਮਿਰਚ ਲਾ ਦੇਵੇਗੀ ਅਸੀਂ ਤੇ ਬੈਸਟ ਜਾਣਦੇ ਉਹਦੇ ਵਾਸਤੇ ਠੀਕ ਹੋ ਗਿਆ ਇਹਦੇ ਨਾਲ ਇਹ ਵੀ ਦੱਸਿਓ ਕਿ ਕਿੰਨੀ ਮਿਕਦਾਰ ਚ ਦੇਣਾ ਔਰ ਕਿਸ ਤਰ੍ਹਾਂ ਦੇਣਾ ਔਰ ਕਿਸ ਵਕਤ ਦੇਣਾ ਜੇ ਤੇ ਮੱਝ ਨੂੰ ਜ਼ਿਆਦਾ ਪ੍ਰੋਬਲਮ ਹੈ ਤੇ ਛਟਾਕੀ ਮਿਰਚ ਹੋਣੀ ਚਾਹੀਦੀ ਹੈ ਅੱਧ ਪਾ ਜੌਂਖਾਰ ਹੋਣਾ ਚਾਹੀਦਾ ਜੇ ਨਾਰਮਲ ਹੈ ਅੱਧੀ ਛਟਾਕੀ ਕਾਲੀ ਮਿਰਚ ਹੋਣੀ ਚਾਹੀਦੀ ਹੈ ਇੱਕ ਛਟਾਕੀ ਜੌਂਖਾਰ ਹੋਣਾ ਚਾਹੀਦਾ ਠੀਕ ਹੈ ਹਾਂਜੀ ਤੇ ਫਿਰ ਉਹ ਕਿੰਨੀ ਦਿਨ ਦਿੰਦੇ ਰਹਿਣਾ ਉਹ 3 ਤੋਂ 4 ਦਿਨ ਦਿਓ ਅੱਲਾ ਦੇ ਫਜ਼ਲੋਂ ਕਰਨਾ ਬਿਹਤਰ ਹੋ ਜਾਏਗੀ ਕਿਸ ਟਾਈਮ ਦੇਣਾ ਚਾਹੀਦਾ ਸ਼ਾਮ ਦੇ ਟਾਈਮ ਜਾਂ ਜਿਸ ਟਾਈਮ ਮਰਜ਼ੀ ਦਿਓ ਤੇ ਇਹਦਾ ਕੋਈ ਪਰਹੇਜ਼ ਨਹੀਂਗਾ ਠੀਕ ਹੋ ਗਿਆ 24 ਘੰਟੇ ਚ ਇੱਕ ਦਫਾ ਦੇਣੀ ਹੈ ਠੀਕ ਹੋ ਗਿਆ ਹਾਂਜੀ ਤੇ ਜਿਹੜੀਆਂ ਮੱਝਾਂ ਨੂੰ ਇਸਬਗੋਲ ਦੀ ਜ਼ਰੂਰਤ ਹੁੰਦੀ ਜਿਸ ਤਰ੍ਹਾਂ ਤੁਸੀਂ ਪਹਿਲੇ ਦੱਸ ਰਹੇ ਹੋ ਉਹ ਵੀ ਨੁਸਖਾ ਦੱਸੋ ਹਾਂ ਜਰਾ ਉਹ ਇਸਬਗੋਲ ਦੇ ਨੁਕਸੇ ਦੀ ਪ੍ਰੋਬਲਮ ਇਹ ਬਣਦੀ ਜਿਸ ਮੱਝ ਨੂੰ ਕਬਜ਼ ਹੋਵੇ ਪਿੱਛਾ ਮਾਰਦੀ ਹੈ ਉਹ ਬਾਦੀ ਦੀ ਵਜ੍ਹਾ ਤੋਂ ਹੀ ਬਣਦੀ ਉਹ ਵੀ ਪ੍ਰੋਬਲਮ ਅੱਛਾ ਉਹ ਜੇ ਕਬਜ਼ ਹੋਵੇ ਮੱਝ ਨੂੰ ਇਸਬਗੋਲ ਇੱਕ ਪਾ ਲੈਣਾ ਅੱਛਾ 2 ਬੋਤਲਾਂ ਅੰਗੂਰੀ ਸਿਰਕੇ ਦੀਆਂ ਲੈਣੀਆਂ ਨੇ ਠੀਕ ਹੈ ਉਹ ਜਨਾਬ ਪਹਿਲਾਂ 4 ਦੇਣੀ ਇਸਬਗੋਲ ਜਿਹੜਾ ਨਾ ਸਿਰਕੇ ਦੇ ਵਿੱਚ ਭਿਉਂ ਕੇ ਦੇਣਾ ਮੈਂ 24 ਘੰਟਿਆਂ ਵਿੱਚ ਇੱਕ ਦਫਾ ਦੇਣਾ ਮੈਂ ਤੇ ਇਨਸ਼ਾਅੱਲਾ ਉਹਦੀ ਕਬਜ਼ ਠੀਕ ਹੋ ਜਾਏਗੀ ਇਹ ਪਿੱਛਾ ਜਦੋਂ ਮੱਝ ਮਾਰਦੀ ਹੈ ਨਾ ਉਹ ਗੋਇਆ ਜਦੋਂ ਕਰਦੀ ਹੈ ਉਹਦੀ ਆਂਤੜੀ ਨੂੰ ਅੰਦਰਲੇ ਥੱਲੇ ਪਾਸੇ ਸੋ ਜਾਂਦੀ ਮੱਝ ਫਿਰ ਜ਼ਿਆਦਾ ਜ਼ੋਰ ਲਾ ਕੇ ਗੋਇਆ ਕਰਦੀ ਹੈ ਉਹਨੂੰ ਕਬਜ਼ ਹੋ ਜਾਂਦੀ ਹੈ ਠੀਕ ਹੈ ਉਹ ਦਿਓਗੇ ਇਨਸ਼ਾਅੱਲਾ ਉਹਦਾ ਅੰਦਰ ਠੀਕ ਹੋ ਜਾਏਗਾ ਹਾਜ਼ਮਾ ਵੀ ਬਿਹਤਰ ਹੋ ਜਾਏਗਾ ਆਂਤੜੀਆਂ ਉਹਦੀਆਂ ਨਰਮ ਹੋ ਜਾਣਗੀਆਂ ਤੇ ਉਹਨੂੰ ਇਹ ਪ੍ਰੋਬਲਮ ਨਹੀਂ ਬਣੇਗੀ ਵਾਹ ਜੀ ਵਾਹ ਜ਼ਿੰਦਾਬਾਦ ਤੁਸੀਂ ਬੜਾ ਅੱਛਾ ਤੁਸੀਂ ਪਿੱਛੇ ਦਾ ਸਾਨੂੰ ਸੋਲੂਸ਼ਨ ਦੱਸ ਰਿਹਾ ਖੁਦਾਨ ਹਾਸਤਾ ਕੋਈ ਮੱਝ ਤਰੂ ਜਾਂਦੀ ਹੈ ਥੋੜਾ ਤਰੁੰਦੀ ਹੈ ਉਸ ਤੋਂ ਬਾਅਦ ਉਹ ਦੁੱਧ ਉਤਰਦੀ ਹੈ ਥੋੜਾ ਉਤਰਦੀ ਹੈ ਉਹਨੂੰ ਨਾਰਮਲ ਦੁੱਧ ਤੇ ਕਿਆ ਲਿਆਇਆ ਜਾ ਸਕਦਾ ਹੈ ਅਗਰ ਲਿਆ ਜਾ ਸਕਦਾ ਤੇ ਕਿਸ ਤਰ੍ਹਾਂ
ਉਹਦੀਆਂ 3 ਵਜੇ ਨੇ ਦੁੱਧ ਜਨਾਬ ਲੈ 6ਵੇਂ ਮਹੀਨੇ ਚ ਮੱਝ ਤਰੂਵੇਗੀ ਦੁੱਧ ਦਿੰਦੀ ਹੈ ਨਾ ਪਈ, ਉਹ ਦੁੱਧੋਂ ਜਾਏਗੀ ਵੱਧ। ਜੇ ਤੇ ਮੱਝ ਦੁੱਧੋਂ ਛੱਡ ਦਿੱਤੀ 6ਵੇਂ ਮਹੀਨੇ ਚ ਤਰੂਗੀ ਉਹ ਦੁੱਧ ਨਹੀਂ ਦੇਗੀ। ਉਸ ਤੋਂ ਬਾਅਦ 7ਵੇਂ ਮਹੀਨੇ ਚ ਮੱਝ ਤਰੂਵੇਗੀ, ਉਹ ਵੀ ਉਹਦੀ ਪਿੱਛੇ ਸੇਵਾ ਕਰੋਗੇ ਤੇ ਜਨਾਬ ਲੈ ਆਪਣੇ ਦੁੱਧ ਤੇ ਆ ਜਾਏਗੀ। 8ਵੇਂ ਮਹੀਨੇ ਚ ਮੱਝ ਤਰੂਵੇਗੀ ਦੁੱਧ ਨਹੀਂ ਦੇਗੀ। 9ਵੇਂ ਮਹੀਨੇ ਚ ਮੱਝ ਤਰੂ ਜਾਏਗੀ ਤੇ ਜਨਾਬ ਲੈ ਉਹ ਵੀ ਆਪਣੇ ਦੁੱਧ ਤੇ ਆ ਜਾਵੇ। ਠੀਕ ਹੈ। ਹਾਂਜੀ 7ਵੇਂ ਵਾਲੇ ਤੇ 9ਵੇਂ ਵਾਲੇ ਦੀ ਸੇਵਾ ਕੀ ਕਰਨੀ ਚਾਹੀਦੀ ਹੈ? ਜਿਹੜੀ 7ਵੇਂ ਜਾਂ 9ਵੇਂ ਜਿਹੜੀ 7ਵੇਂ 9ਵੇਂ ਸੂਬੇ ਦੀ ਸੇਵਾ ਇੱਕੋ ਹੀ ਹੈ। ਠੀਕ ਹੈ। ਔਰ ਸਾਡੇ ਅਸੀਂ ਤੇ ਪੰਜਾਬੀ ਦੇ ਵਿੱਚ ਆਮ ਦੱਸਦੇ ਆ ਵੀ ਸੋਏ ਹੋਣ, ਇੱਕ ਪਾ ਜਵੈਣ ਹੋਣੀ ਚਾਹੀਦੀ ਹੈ, ਪਾ ਸਫੇਦ ਜ਼ੀਰਾ ਹੋਣਾ ਚਾਹੀਦਾ, ਇੱਕ ਪਾ ਸੌਂਫ ਹੋਣੀ ਚਾਹੀਦੀਆਂ। ਇਹਦੀਆਂ 4 ਖੁਰਾਕਾਂ ਕਾੜ ਕੇ ਦੇਣੀਆਂ ਨੇ। ਠੀਕ ਹੈ। 4 ਦਿਨ ਕਰਨਾ ਇਹਨੇ ਦੇ। ਠੀਕ ਹੈ। ਉਹਦਾ 2 ਕਿਲੋ ਪਾਣੀ ਪਾ ਕੇ ਕਾਹਵਾ ਬਣਾ ਲੈਣਾ। ਦੇਸੀ ਘਿਓ ਜਿਹੜਾ ਹੈ ਤੇ ਉਹ 1 ਚਟਾਕੀ ਪਾਉਣਾ ਵੇ। ਜੇ ਦੇਸੀ ਨਹੀਂ ਆ ਤੇ ਡਾਲਟਾ ਜਿਹੜਾ ਅੱਧ ਪਾ ਲੈਣਾ। ਉਹਦੇ ਚੀਨੀ ਇੰਨੀ ਪਾਣੀ ਹੈ ਜਿੰਨੀ ਆਪ ਪੀਵੀ ਦੀ, ਇੰਨੀ ਚੀਨੀ ਪਾ ਲੈਣੀ ਹੈ। ਉਹਦਾ ਬੀਪੀ ਵੀ ਬਰਕਰਾਰ ਰਵੇ। ਮਿੱਠਾ ਜਿਹੜਾ ਬੀਪੀ ਨੂੰ ਬਰਕਰਾਰ ਰੱਖਦਾ, ਜੋ ਥੋੜਾ ਜਿਹਾ ਹੀਟ ਚ ਦੇਣਗੇ ਵੀ ਤੇ ਮਿੱਠਾ ਜਿਹੜਾ ਹੋਏਗਾ ਉਹਦੇ ਉਹਨੂੰ ਬਰਕਰਾਰ ਰੱਖੇਗਾ ਤੇ ਉਹਦਾ ਜਿਸਮ ਜਿਹੜਾ ਅੰਦਰੋਂ ਖੁੱਲ ਜਾਏਗਾ, ਦੁੱਧ ਦੀ ਮਿਕਦਾਰ ਦੇ ਆਟੋਮੈਟਿਕਲੀ ਵੱਧ ਜਾਏਗੀ। ਠੀਕ ਹੈ। ਹਾਂਜੀ। ਅੱਛਾ ਚਾਚਾ, ਇਹ ਤੇ ਮੇਨ ਮਸਾਇਲ ਹੋ ਗਏ। ਇੱਕ ਮੱਝ ਦੁੱਧ ਦੇਣ ਲੱਗ ਪਈ, ਪ੍ਰੋਪਰ ਦੁੱਧ ਦੇ ਰਹੀ ਹੈ, ਅਚਾਨਕ ਤੁਹਾਨੂੰ ਸਾੜੂ ਹੋ ਗਿਆ ਜਾਂ ਚੰਦਰੀ ਹੋ ਗਈ ਹੈ, ਕਿਉਂ ਹੁੰਦੀ ਹੈ ਤੇ ਕਿਸ ਤਰ੍ਹਾਂ ਬਚਿਆ ਜਾਂਦਾ ਤੇ ਉਹਦਾ ਅਗਰ ਹੋਈਏ ਤੇ ਇਲਾਜ ਕੀ ਹੁੰਦਾ ਹੈ? ਇਹ ਮੁਖਤਲਿਫ ਕਿਸਮ ਦਾ ਜਿਹੜੀ ਮੱਝ ਦਾ ਸਾੜੂ ਪੈਂਦਾ ਹੈ ਨਾ, ਉਹਦਾ ਦੁੱਧ ਚੱਖਣਾ ਵਾ। ਜੇ ਤੇ ਨਮਕੀਨ ਦੁੱਧ ਦੇ ਨਾ, ਉਹਨੂੰ ਜਨਾਬ ਲਾ 1 ਕਿਲੋ ਦੁੱਧ ਹੋਣਾ ਚਾਹੀਦਾ, ਉਹਨੂੰ ਬਾਲਾ ਦਵਾ ਲੈਣਾ। 1 ਚਟਾਕੀ ਸਫੇਦ ਜ਼ੀਰਾ ਪਾਣਾ ਵੇ, 1 ਚਟਾਕੀ ਹਲਦੀ ਪਾਣੀ ਹੈ, 1 ਚਟਾਕੀ ਚੀਨੀ ਪਾਣੀ ਹੈ। ਉਹਨੂੰ 3 ਦਿਨ ਦਿਓਗੇ ਤੇ ਇਨਸ਼ਾਅੱਲਾ ਉਹਦਾ ਥਣ ਬਰਾਬਰ ਹੋ ਜਾਏਗਾ। ਜ਼ਬਰਦਸਤ। ਹਾਂਜੀ। ਤੇ ਜੇ ਲੂਣਾ ਨਹੀਂ, ਉਹਦਾ ਚੈੱਕ ਕਰਨਾ ਦੁੱਧ ਜਿਹੜਾ ਥਣ ਘਟ ਗਿਆ। ਜੇ ਲੂਣਾ ਉਹਦਾ ਦੁੱਧ ਨਹੀਂ, ਫਿਰ ਜਨਾਬ ਸਫੇਦ ਜ਼ੀਰਾ ਨਹੀਂ ਪਾਉਣਾ, ਉਹਨੂੰ 1 ਚਟਾਕੀ ਕਾਲੀ ਮਿਰਚ ਪਹਿਲੋਂ ਦੇਣੀ ਹੈ। ਹਲਦੀ ਵੀ ਨਹੀਂ ਪਾਣੀ, ਸਫੇਦ ਜ਼ੀਰਾ ਪਾਉਣਾ ਸਿਰਫ ਦੁੱਧ ਦੇ ਵਿੱਚ। ਕਾਲੀ ਮਿਰਚ ਉਹਨੂੰ ਪਹਿਲੋਂ ਦੇ ਲੈਣੀ ਹੈ। ਦੁੱਧ ਦੇ ਵਿੱਚ ਸਫੇਦ ਜ਼ੀਰਾ ਜਿਹੜਾ ਨਾ ਉਹ ਪਾ ਕੇ ਦਿਓਗੇ, 3 ਦਿਨ ਦਿਓਗੇ ਤੇ ਥਣ ਉਹ ਵੀ ਬਰਾਬਰ ਹੋ ਜਾਏ। ਸਹੀ ਹੋ ਗਿਆ। ਹਾਂਜੀ। ਜਿੰਦਾਬਾਦ। ਤੇ ਚੰਦਰੀ ਦਾ ਹੱਲ? ਚੰਦਰੀ ਦਾ ਹੱਲ ਸਭ ਤੋਂ ਬੈਸਟ ਹੈ ਕਾਲੀ ਮਿਰਚ, ਸਫੇਦ ਜ਼ੀਰਾ, ਠੀਕ ਹੈ, ਤੁਮਾ, ਠੀਕ ਹੈ, ਹਰਮਲ, ਠੀਕ ਹੈ, ਤੇ ਕਾਲੀ ਜ਼ੀਰੀ। ਠੀਕ ਹੈ। ਇਹ ਅੱਧ ਪਾ ਸਾਰੀਆਂ ਚੀਜ਼ਾਂ ਲੈ ਲੈਣੀਆਂ ਨੇ। ਠੀਕ ਹੈ। 1 ਚਟਾਕੀ ਡੇਲੀ ਦੇਣਾ ਸ਼ੁਰੂ ਕਰ ਦਿਓ। ਠੀਕ ਹੈ। ਚੰਦਰੀ ਖਤਮ ਹੋ ਜਾਏਗੀ। ਕਿੰਨੇ ਦਿਨ? 1 ਚਟਾਕੀ ਰੋਜ਼ਾਨਾ ਦੇਣੀ ਹੈ। ਹਾਂਜੀ। ਤੇ 1 ਅੱਧ ਪਾ ਥੋਮ ਨਾਲ ਹੋਣਾ ਚਾਹੀਦਾ। 1 ਹਫ਼ਤਾ? ਹਾਂਜੀ 1 ਹਫ਼ਤਾ। ਠੀਕ। ਚੰਦਰੀ ਖਤਮ ਹੋ ਜਾਏਗੀ। ਠੀਕ ਹੋ ਗਿਆ। ਅਗਰ ਕਿਸੇ ਦੇ ਥਣ ਦੇ ਵਿੱਚ ਦਾਣਾ ਆ ਜਾਏ, ਹਾਂਜੀ, ਉਹਦਾ ਕੀ ਹੁੰਦਾ ਫਿਰ ਹੱਲ? ਉਹਦਾ ਹੱਲ ਇਹ ਜਨਾਬ ਪਹਿਲਾਂ ਪਾ ਸਫੇਦ ਜ਼ੀਰਾ ਲੈਣਾ। ਅੱਛਾ। ਪਾ ਟਾਟਰੀ ਲੈਣੀ ਹੈ। ਅੱਛਾ। ਪਾ ਕਾਲੀ ਮਿਰਚ ਲੈਣੀ ਹੈ। ਅੱਛਾ। ਤੇ ਅੱਧਾ ਕਿਲੋ ਮਿਸ਼ਰੀ ਲੈਣੀ ਹੈ। ਅੱਛਾ। ਉਹ ਜਨਾਬ ਪਹਿਲਾਂ ਉਹਦੀਆਂ 6 ਖੁਰਾਕਾਂ ਬਣਾਉਣੀਆਂ ਨੇ। ਅੱਛਾ। 1 ਖੁਰਾਕ ਦੇ ਦੇਣੀ ਹੈ। ਉਸ ਤੋਂ ਬਾਅਦ ਅੱਛਾ 3 ਪਾ ਦੁੱਧ ਹੋਵੇ, ਅੱਧਾ ਕਿਲੋ ਹੋਵੇ, ਉਹਨੂੰ ਬਾਲਾ ਦਵਾ ਕੇ ਨਾ 5 ਤੋਂ 4 ਸਬਜ਼ ਇਲਾਚੀਆਂ ਵਿੱਚ ਪਾਣੀਆਂ ਨੇ। ਠੀਕ ਹੈ। ਤੇ 1 ਚੁੰਡੀ ਅੱਧੀ ਚਟਾਕੀ ਲਾ ਲਵੋ, ਉਹ ਦੁੱਧ ਦੇ ਵਿੱਚ ਬਾਲਾ ਦਵਾ ਕੇ ਉਸ ਤੋਂ ਬਾਅਦ ਉਤੋਂ ਦੁੱਧ ਪਿਆ ਦੇਵੋ ਤੇ ਇਨਸ਼ਾਅੱਲਾ ਦਾਣਾ ਖਤਮ ਹੋ ਜਾਏਗਾ। ਠੀਕ। ਉਹਨੂੰ ਆਂਦੇ ਨੇ ਮੂੰਹ ਸੜੀ ਜਿਹੜੀ ਬਣਦੀ ਹੈ, ਉਹ ਵੀ ਚੰਦਰੀ ਦੀ ਇਲਾਮਤ ਹੁੰਦੀ ਹੈ। ਠੀਕ ਹੋ ਗਿਆ। ਉਹਨੂੰ ਟਾਟਰੀ ਨਾਲ ਬਿਹਤਰ ਉਹਦਾ ਰਿਜ਼ਲਟ ਆਏਗਾ। ਜਿੰਦਾਬਾਦ। ਬੜਾ ਤੁਸੀਂ ਕੀਮਤੀ ਨੁਸਖਾ ਦੱਸਿਆ। ਤੁਸੀਂ ਇਹ ਦੱਸੋ ਕਿ ਬਾਜ਼ ਵਕਤ ਕੁਝ ਜਾਨਵਰ ਅਚਾਨਕ ਮਾੜੇ ਹੋਣ ਲੱਗ ਪੈਂਦੇ ਨੇ, ਪੱਠੇ ਵੀ ਖਾ ਲੈਂਦੇ ਨੇ ਤੇ ਤਗੜੇ ਫੇਰ ਵੀ ਨਹੀਂ ਹੁੰਦੇ, ਤੇ ਮਾਲਕ ਪਰੇਸ਼ਾਨ ਹੋ ਜਾਂਦਾ ਹੈ, ਡਾਕਟਰ ਟੀਕੇ ਵੀ ਲਾ ਜਾਂਦਾ ਤੇ ਫੇਰ ਵੀ ਨਹੀਂ ਠੀਕ ਹੁੰਦੇ। ਉਹਦਾ ਲੋਕ ਕੀ ਕਰਨ? ਉਹਦਾ ਲੋਕੀ ਇਹ ਭਲਾ ਕੀ ਗੱਲ, ਡਾਕਟਰਾਂ ਨੇ ਉਹ ਫੜੀਆਂ ਨੇ ਦਵਾਈਆਂ ਜਨਾਬ ਕਿਰਮਾਂ ਵਾਲੀਆਂ, ਉਹ ਦਿੰਦੇ ਨੇ। ਸਾਡੇ ਵਾਸਤੇ ਅਸੀਂ ਤੇ ਸਭ ਤੋਂ ਬਿਹਤਰ ਇਹ ਸਮਝਨੇ ਉਹਨੂੰ ਤੁਮਾ ਦਿੱਤਾ ਜਾਏਗਾ ਨਾ, ਉਹ ਬਹੁਤ ਜ਼ਿਆਦਾ ਕੌੜਾ ਹੁੰਦਾ ਵੇ। ਅੱਛਾ। ਤੁਮਾ ਦਿਓਗੇ ਤੇ ਕਾਲਾ ਨਮਕ, ਜੇ ਤੇ ਮੱਝ ਸੂਣ ਵਾਲੀ ਹੈ ਉਹਨੂੰ ਸਫੇਦ ਜ਼ੀਰਾ ਪਾ ਲੈਣਾ ਵੇ, ਤੇ ਜੇ ਜਨਾਬ ਜਿਹੜੀ ਦੁੱਧ ਦੇਣ ਵਾਲੀ ਹੈ ਬਲ ਜਿਹੜੀ ਸੂਣ ਵਾਲੀ ਉਹਨੂੰ ਕਾਲੀ ਮਿਰਚ ਪਾ ਕੇ ਦਿਓਗੇ, ਉਹਦੇ ਅੰਦਰ ਜਿਹੜੇ ਕਿਰਮ ਨੇ ਉਹ ਖਤਮ ਹੋ ਜਾਣਗੇ। ਵਾਹ। ਕਿ ਤੁਮਾ ਬਹੁਤ ਜ਼ਿਆਦਾ ਕੌੜਾ ਹੁੰਦਾ ਵੇ, ਉਹਦੀ ਕੜਵਾਹਟ ਦੇ ਨਾਲ ਨਾ ਗਾਈਆਂ ਨੂੰ ਦਿਓਗੇ ਨਾ ਤੇ ਉਹਨਾਂ ਨੂੰ ਚਿਚੜ ਵੀ ਨਹੀਂ ਪੈਣਗੇ। ਠੀਕ ਹੈ। ਗਾਈ ਨੂੰ ਦੇਣਾ ਵੇ ਤੁਮਾ ਦੇਣਾ, ਹਰੀ ਮਿਰਚ ਦੇਣੀ, ਪਿਆਜ਼ ਦੇਣਾ ਤੇ ਕਾਲਾ ਨਮਕ ਦੇਣਾ ਵੇ। ਠੀਕ ਹੈ। ਗਾਈ ਨੂੰ ਇਹ ਦਿਓਗੇ ਤੁਹਾਨੂੰ ਚਿਚੜ ਨਹੀਂ ਪੈਣਗੇ। ਕਿੰਨੇ ਦਿਨ ਦੇਣਾ? ਜਦੋਂ ਪੌਂਦ ਚਿਚੜ ਪੈ ਜਾਣ ਜਾਂ ਡੰਗਰ ਮਾੜਾ ਹੋਣਾ ਸ਼ੁਰੂ ਹੋ ਜਾਵੇ, ਉਹਨੂੰ ਸਭ ਤੋਂ ਬੈਸਟ ਤੇ ਉਹਦਾ ਬੀਪੀ ਬਰਕਰਾਰ ਨਹੀਂ ਰਹਿੰਦਾ। ਜਿਹੜੀ ਮੱਝ ਪੱਠੇ ਵੀ ਸਹੀ ਖਾਂਦੀ ਹੈ, ਵਗਾਲੀ ਵੀ ਸਹੀ ਕਰਦੀ ਹੈ, ਕਮਜ਼ੋਰ ਹੁੰਦੀ ਜਾਂਦੀ ਹੈ। ਅੱਛਾ। ਉਹਦਾ ਬੀਪੀ ਨਹੀਂ ਮੱਝ ਦਾ ਬਰਕਰਾਰ ਰਹਿੰਦਾ। ਠੀਕ ਹੈ। ਉਹਨੂੰ ਰੋਜ਼ਾਨਾ ਜਨਾਬ ਪਹਿਲਾਂ 3 ਤੋਂ 4 ਹਰੀਆਂ ਮਿਰਚਾਂ ਹੋਣ, ਅੱਧ ਪਾ ਥੋਮ ਹੋਵੇ, ਅੱਧੀ ਚਟਾਕੀ ਕਾਲਾ ਨਮਕ ਹੋਵੇ ਤੇ ਅੱਧੀ ਚਟਾਕੀ ਜਵੈਣ ਹੋਵੇ, 6 ਦਿਨ ਲਗਾਤਾਰ ਦੇ ਦਵੋ, ਉਹਦਾ ਬੀਪੀ ਆਪਣੀ ਜਗ੍ਹਾ ਤੇ ਬਰਕਰਾਰ ਹੋ ਜਾਏਗਾ ਤੇ ਮੱਝ ਪੱਠੇ ਖਾ ਕੇ ਤਗੜੀ ਹੋਣੀ ਸ਼ੁਰੂ ਹੋ ਜਾਏਗੀ। ਸਹੀ ਹੋ ਗਿਆ। ਤੇ ਜਿਹੜੀ ਗਾਈਆਂ ਦੀ ਚਿਚੜੀ ਵਾਲੀ ਮਸਲਾ ਸੀ, ਉਹ ਜਦੋਂ ਚਿਚੜੀਆਂ ਪੈਣ ਉਦੋਂ ਦੇਣਾ? ਇੱਕ ਦਿਨ ਹੀ ਬੜਾ? 8 ਦਿਨ ਤੋਂ ਬਾਅਦ ਦਿੰਦੇ ਰਹੋ ਉਹਨੂੰ ਤੁਮਾ, ਉਹਨੂੰ ਚਿਚੜੀਆਂ ਦੀ ਜਿਲਤ ਦੇ ਵਿੱਚੋਂ ਚਿਚੜੀਆਂ ਨਿਕਲੀਆਂ ਬਾਹਰੋਂ ਨਹੀਂ ਪੈਂਦੀਆਂ। ਠੀਕ ਹੈ।
ਇਹ ਜਰਾਸੀਮ ਹੁੰਦੇ ਨੇ ਅੰਦਰ ਗੰਦਗੀ ਦੀ ਵਜ੍ਹਾ ਤੋਂ ਪੈਂਦੇ ਨੇ। ਸਹੀ ਹੋ ਗਿਆ। ਜਦੋਂ ਤੁਮਾ ਦਿੰਦੇ ਰਹੋਗੇ 7-8 ਦਿਨ ਤੋਂ ਬਾਅਦ ਦਿੰਦੇ ਰਹੋਗੇ ਤੇ ਆਟੋਮੈਟਿਕਲੀ ਉਹਨੂੰ ਚਿਚੜੇ ਪੈਣਗੇ ਹੀ ਨਹੀਂ। ਸਹੀ। ਇਹਦੇ ਪਾਣਾ ਕਿੰਨੀ ਮਿਕਦਾਰ ਚ? ਉਹ ਡੰਗਰ ਦੇ ਛੋਟਾ ਜਾਨਵਰ ਹੁੰਦਾ, ਵੱਡਾ ਜਾਨਵਰ ਹੁੰਦਾ। ਛੋਟਾ ਜਾਨਵਰ ਥੋੜਾ ਦੇ ਦੋ, ਵੱਡੀ ਗਾਂ ਜਿਹੜੀ ਹੈ ਨਾ ਉਹਦੇ ਵਾਸਤੇ ਅੱਧ ਪਾ ਵੀ ਤੁਮਾ ਹੋ ਜਾਵੇ ਤੇ ਉਹਦੇ ਵਾਸਤੇ ਬਿਹਤਰ ਚਟਾਕੀ ਤੇ ਲਾਜ਼ਮੀ ਹੋਣਾ ਚਾਹੀਦਾ। ਚਟਾਕੀ ਤੇ ਲਾਜ਼ਮੀ ਹੋਣਾ ਚਾਹੀਦਾ। ਹਾਂਜੀ। ਮੈਂ ਤੁਹਾਡੇ ਕੋਲ ਬੜੇ ਮੋਟੇ ਇਲਾਜ ਪੁੱਛਣ ਦੀ ਕੋਸ਼ਿਸ਼ ਕੀਤੀ ਹੈ। ਕੋਈ ਖਾਸ ਗੱਲ ਜਿਹੜੀ ਮੈਨੂੰ ਪੁੱਛਣੀ ਚਾਹੀਦੀ ਸੀ ਲੇਕਿਨ ਮੈਂ ਨਹੀਂ ਪੁੱਛੀ। ਆਪਣੀ ਤਰਫੋਂ ਤੁਸੀਂ ਦੱਸ ਦਿਓ, ਤੋਹਫਾਤਨ ਸਦਕਾ ਜਾਰੀਆ ਬਣ ਜੇ। ਹਾਂਜੀ। ਆਪਣੀ ਤਰਫੋਂ ਦੱਸ ਦਿਓ। ਦੱਸੋ ਨਾ ਕਿਹੜੀ ਕੋਈ ਗੱਲ ਜਿਹੜੀ ਮੈਂ ਨਹੀਂ ਪੁੱਛੀ ਲੇਕਿਨ ਖਾਸ ਹੀ ਮੈਨੂੰ ਪੁੱਛਣੀ ਚਾਹੀਦੀ ਹੈ। ਜਿਹੜਾ ਮੱਝ ਦਾ ਅੰਦਰ ਬੱਚਾ ਉਹ ਡਿਆ ਮੁੰਡਾ ਕੋਲੋਂ ਕਹਿਣ, ਉਹ ਤੇ ਆਮ ਕਦੀ ਕਿਤੇ ਬਾਈ ਚਾਂਸ ਹਾਦਸਾ ਹੁੰਦਾ, ਸਦਾ ਦਾ ਦਿਨ ਹੁੰਦੀ। ਆਮ ਰੂਟੀਨ ਵਾਈਜ਼ ਜਿਹੜਾ ਡੰਗਰ ਨੂੰ ਠੀਕ ਰੱਖਣ ਵਾਸਤੇ ਜਿਹੜਾ ਨਾ ਉਹ ਜਨਾਬ ਪਹਿਲਾਂ ਡੰਗਰਾਂ ਦੀ ਮਿਕਦਾਰ ਦੇ ਮੁਤਾਬਕ ਉਹਨੂੰ ਮਸਾਲਾ ਤਿਆਰ ਕਰਨਾ ਚਾਹੀਦਾ। ਠੀਕ ਹੈ। ਸਫੇਦ ਜ਼ੀਰਾ ਹੋਵੇ, ਠੀਕ ਹੈ, ਧੁੰਮਾ ਹੋਵੇ, ਠੀਕ ਹੈ, ਹਰਮਲ ਹੋਵੇ, ਕਾਲੀ ਮਿਰਚ ਹੋਵੇ, ਸੁੰਡ ਤੇ ਕਾਲਾ ਨਮਕ। ਇਹ ਮਸਾਲਾ ਤਿਆਰ ਕਰਕੇ ਉਹ ਆਪਣੇ ਡੰਗਰਾਂ ਨੂੰ 5-7 ਦਿਨ ਹੀ ਦਿੰਦਾ ਰਹੇ ਤੇ ਉਹ ਬਿਹਤਰ ਹੈ। ਨਹੀਂ ਦੇਗਾ ਤੇ ਉਹਨੂੰ ਕਿਸੇ ਦਾ ਤਾਂ ਨੁਕਸਾਨ ਕੋਈ ਨਹੀਂ ਕਰਨਾ, ਆਪਣਾ ਹੀ ਕਰਨਾ ਮੈਂ। ਡੰਗਰ ਜਿਸ ਬੰਦੇ ਨੇ ਵੀ ਰੱਖੇ ਨੇ, ਸਰਦੀਆਂ ਆ ਗਈਆਂ ਨੇ, ਜਿਹਨੇ 6 ਦਿਨ ਤੋਂ ਬਾਅਦ ਆਪਣੇ ਡੰਗਰਾਂ ਨੂੰ ਲੂਣ ਮਿਰਚ ਮਸਾਲਾ ਇੰਜ ਦਾ ਬਣਾ ਕੇ ਨਹੀਂ ਦੇਣਾ, ਉਹ ਬੇਸ਼ੱਕ ਡੰਗਰ ਨਾ ਰੱਖੇ। ਜਿੰਨੇ ਗਰਮੀਆਂ ਨੂੰ ਚੌਥੇ ਦਿਨ ਤੀਸਰੇ ਦਿਨ ਨਹੀਂ ਦੇਣਾ, ਉਹ ਵੀ ਬੇਸ਼ੱਕ ਡੰਗਰ ਨਾ ਰੱਖੇ, ਉਹ ਨੁਕਸਾਨ ਉਠਾਏਗਾ। ਕਿਉਂਕਿ ਇੱਕ ਤੁਹਾਨੂੰ ਪੰਜਾਬੀ ਦੇ ਵਿੱਚ ਕਹਾਵਤ ਦੱਸਦੇ ਨੇ, ਟਰੈਕਟਰ ਹੀ ਹੈ, ਮੋਟਰਸਾਈਕਲ ਤੇ ਆਇਓ ਤੁਸੀਂ। ਹਾਂਜੀ। ਮੋਟਰਸਾਈਕਲ ਟੈਂਕੀ ਪੈਟਰੋਲ ਦੀ ਭਰ ਲਓ, ਮੋਬਿਲ ਵਿੱਚੋਂ ਕੱਢ ਦਿਓ, ਕਿੰਨੀ ਕੁ ਚੱਲੇਗੀ? ਬਿਲਕੁਲ ਨਹੀਂ ਚੱਲੇਗੀ। ਇਹ ਹੈ ਜਿਹੜੀ ਮੱਝ 10 ਕਿਲੋ ਦੁੱਧ ਰੋਜ਼ ਦੇ ਰਹੀ ਹੈ, ਉਹਦੇ ਅੰਦਰ ਨਲਕਾ ਦੀ ਜਾਂ ਮੋਟਰ ਤੇ ਲੱਗੀ ਕੋ ਨਹੀਂ, ਉਹਦੇ ਜਿਸਮ ਦੇ ਵਿੱਚੋਂ ਖਰਾਜ ਹੁੰਦਾ, ਉਹਦੇ ਅੰਦਰ ਨਿਮਕੀਆਤ ਦੀ ਵੀ ਕਮੀ ਹੋ ਜਾਂਦੀ ਹੈ। ਸਹੀ ਹੈ। ਜਿਹੜਾ ਉਹਦੇ ਵਿੱਚੋਂ ਮੱਖਣ ਨਿਕਲਦਾ ਉਹਦੇ ਅੰਦਰੋਂ ਚਰਬੀ ਦੀ ਵੀ ਕਮੀ ਹੋ ਜਾਂਦੀ ਹੈ, ਖੂਨ ਪਤਲਾ ਹੋ ਜਾਂਦਾ ਵੇ। ਜਿਹੜੀ ਤੁਸੀਂ ਅੱਗੇ ਵਜ੍ਹਾ ਦੱਸੀ ਹੈ ਕਿ ਡੰਗਰ ਮਾੜਾ ਹੋਣਾ ਸ਼ੁਰੂ ਹੋ ਜਾਂਦਾ ਵੇ, ਇਹ ਹੀ ਵਜ੍ਹਾ ਹੁੰਦੀ, ਉਹਦੇ ਅੰਦਰ ਕਮੀਆਂ ਹੋ ਜਾਂਦੀਆਂ ਨੇ। ਜਿਸ ਤਰ੍ਹਾਂ ਬੰਦੇ ਦੇ ਅੰਦਰ ਖੂਨ ਦੇ ਵਿੱਚ ਜਰਾਸੀਮ ਘਟ ਜਾਂਦੇ ਨੇ, ਉਹਨੂੰ ਫਿਰ 100 ਬਿਮਾਰੀਆਂ, ਫੋੜਾ ਨਿਕਲੇ, ਉਹ ਹੀ ਨਿਰਮਾਣ ਆਉਣਾ। ਇੰਜ ਦੀਆਂ ਚੀਜ਼ਾਂ ਨਾਲ ਦਿੰਦੇ ਰਹੋਗੇ ਤਾਂ ਡੰਗਰ ਠੀਕ ਰਹੇਗਾ। ਆਮ ਨਾਰਮਲ ਦੇ ਵਿੱਚ ਪੰਜਾਬੀ ਦੇ ਵਿੱਚ ਅਸੀਂ ਪੇਂਡੂ ਲੋਕ ਇਹਨਾਂ ਚੀਜ਼ਾਂ ਤੱਕ ਨਹੀਂ ਮਹਿਦੂਦ ਜਾਂਦੇ ਤੇ ਉਹਨੂੰ ਆਮ ਦੂਜੇ ਚੌਥੇ ਦਿਨ ਅੱਧ ਪਾ ਥੋਮ ਦੇ ਦਵੋ, ਚਟਾਕੀ ਅੱਧੀ ਚਟਾਕੀ ਕਾਲਾ ਲੂਣ ਪਾ ਲਵੋ, ਅੱਧੀ ਚਟਾਕੀ ਜਵੈਣ ਪਾ ਲਵੋ, 2-3 ਹਰੀਆਂ ਮਿਰਚਾਂ ਪਾ ਕੇ ਤੇ ਉਹਨੂੰ 5ਵੇਂ-6ਵੇਂ ਦਿਨ ਉਹ ਤੇ ਲਾਜ਼ਮੀ ਦਿੰਦੇ ਰਹੋ। ਤੇ ਡੰਗਰ ਨੂੰ ਸਭ ਤੋਂ ਪਹਿਲਾ ਸਟੈਪ ਬਿਮਾਰ ਹੁੰਦਾ ਹੈ, ਉਹਦੇ ਅੰਦਰੋਂ ਨਮਕੀਆਤ ਖਤਮ ਹੁੰਦੀ ਹੈ। ਚਾਚਾ ਜ਼ਿੰਦਾਬਾਦ, ਅੱਲਾਹ ਪਾਕ ਤੁਹਾਨੂੰ ਜਜ਼ਾਏ ਖੈਰ ਦੇਵੇ। ਅਗਰ ਪੂਰੇ ਪਾਕਿਸਤਾਨ ਚ ਕਿਸੇ ਬੰਦੇ ਨੂੰ ਤੁਹਾਡੀ ਜ਼ਰੂਰਤ ਪੈ ਜਾਂਦੀ ਹੈ ਤੇ ਤੁਹਾਡੀ ਸਰਵਿਸ ਦਸਤਿਆਬ ਨੇ? ਸਾਨੂੰ ਜਿੱਥੇ ਵੀ ਕੋਈ ਕਵੇ ਅੱਧੀ ਰਾਤ ਨੂੰ ਵੀ ਆਵਾਜ਼ ਮਾਰੇ, ਦੂਜੀ ਵਾਰ ਬੂਹਾ ਨਹੀਂ ਖੜਕਾਉਣ ਦਿੱਤਾ ਕਦੀ। ਅੱਲਾਹ ਪਾਕ ਖੁਸ਼ ਰੱਖੇ। ਤੇ ਕੋਈ ਫੋਨ ਨੰਬਰ ਦੱਸ ਦਿਓ। ਬਾਹਰ ਦੇ ਸ਼ਹਿਰਾਂ ਵਾਲਿਆਂ ਤੇ ਸਾਹਮਣੇ ਬੂਹਾ ਨਹੀਂ ਖੜਕਾਣਾ, ਉਹਨੇ ਤੇ ਫੋਨ ਹੀ ਖੜਕਾਣਾ। ਫੋਨ ਨੰਬਰ ਮੇਰਾ 0345 699 5844। ਜ਼ਿੰਦਾਬਾਦ। ਅੱਲਾਹ ਖੁਸ਼ ਰੱਖੇ। अस्सलाम वालेकुम।